ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਤਿਗੁਰਾਂ ਦੇ ਪਿਆਰ ਵਿੱਚ ਰੱਖਿਆ ਗਿਆ ਹੈ। ਇਹ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਸਾਰੇ, ਅਤੇ ਸਮੂਹ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ। ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਚਰਚਾ ਹੋ ਰਹੀ ਹੈ ਬਖਸ਼ਿਸ਼ਾਂ ਦੀ। ਅਬਨਾਸ਼ੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ। ਸਿਰਫ ਇਤਨਿਆਂ 'ਤੇ ਵਿਚਾਰ ਕਰਨਾ ਕਿ ਮਾਲਕ ਮਿਲਿਆ ਸਾਨੂੰ, ਅਤੇ ਉਹਨੇ ਫਿਰ ਆਪਣਾ ਬਣਾ ਕੇ ਸਾਡੇ ਕੋਲੋਂ ਨਾਮ ਵੀ ਜਪਾਇਆ, ਅਤੇ ਫਿਰ ਜੋ ਜੋ ਬਖਸ਼ਿਸ਼ਾਂ ਉਹਨੇ ਕੀਤੀਆਂ ਨੇ, ਜੋ ਜੋ ਮੰਗਿਆ ਉਹ ਸਾਨੂੰ ਮਿਲਿਆ। ਅਤੇ ਇਸ ਦੇ ਉੱਤੇ ਵਿਚਾਰ ਕਰੀਏ ਕਿ ਉਹਨਾਂ ਨੇ ਤਾਂ ਸਭ ਕੁਝ ਸਾਨੂੰ ਦਿੱਤਾ, ਉਹਨਾਂ ਦੇ ਅਸੀਂ ਬਣ ਕੇ ਰਹੇ। ਕਿਉਂਕਿ ਕਹਿੰਦੇ ਨਾ, ਕਿਉਂਕਿ ਇੱਕ ਤੁਕ ਮੈਂ ਬਾਰ ਹਰ ਪ੍ਰੋਗਰਾਮ ਵਿੱਚ ਕਹਿ ਦਿੰਦਾ, ਕਿਉਂਕਿ ਰਾਜੂ ਜੀ ਨੇ ਵੀ ਗੱਲ ਕੀਤੀ ਹੋਣੀ ਕਿ ਏਕ ਪਿਤਾ ਏਕਸ ਕੇ ਹਮ ਬਾਰਕ। ਅਤੇ ਰਾਜੂ ਜੀ ਨੇ ਜ਼ਿਕਰ ਕੀਤਾ ਕਿ 4 ਦਿਨ ਪਹਿਲੇ ਬੱਚੀ ਨੇ ਭਜਨ ਲਿੱਤਾ ਸੀ। ਦੇਖੋ, ਜਿਹੜਾ ਗੋਦ ਦਾ ਬੱਚਾ ਹੁੰਦਾ ਉਸ ਨਾਲ ਪਿਆਰ ਜ਼ਿਆਦਾ ਹੁੰਦਾ। ਗੋਦ ਦੇ ਬੱਚੇ ਨਾਲ ਸਦਾ ਪਿਆਰ ਜ਼ਿਆਦਾ ਹੁੰਦਾ ਔਰ ਉਹ ਲਾਡਲਾ ਹੁੰਦਾ। ਉਹਨੂੰ ਉੱਚੀ ਨਿਗਾਹ ਨਾਲ ਵੇਖੋ, ਉਹਨੂੰ ਪੂਰਾ ਸਨੇਹ ਮਿਲਣਾ ਚਾਹੀਦਾ। ਸੰਗਤ ਵਿੱਚ ਅਸੀਂ ਆਏ ਹਾਂ ਕਿਉਂਕਿ ਉਹਨੂੰ ਜਿੰਝ ਕਹਿੰਦੇ ਨਾ, ਬੱਚਾ ਪਰਿਵਾਰ ਵਿੱਚ ਜੰਮਦਾ ਅਤੇ ਭੈਣ ਵੀ, ਭਰਾ ਵੀ, ਪਰਿਵਾਰ ਵੀ, ਚਾਚੇ ਤਾਊ ਮਾਮੇ ਸਾਰੇ ਜਿਤਨੇ ਰਿਸ਼ਤੇਦਾਰ ਹੁੰਦੇ ਨੇ, ਕੁਟੁੰਬ ਹੈ, ਤਾਂ ਸਾਰਾ ਖੁਸ਼ ਹੁੰਦਾ ਕਿ ਇੱਕ ਜੀ ਨਵਾਂ ਆ ਗਿਆ। ਇਹ ਸਾਡਾ ਕੁਟੁੰਬ ਹੈ। ਅਤੇ ਉਹ ਬੱਚਾ ਜਿਉਂ ਉਮਰ ਨਾਲ ਵੱਧਦਾ ਅਤੇ ਉਹਨੂੰ ਤੌਰ ਤਰੀਕਾ ਹਰ ਚੀਜ਼ ਨਾਲ ਸਿਖਾਇਆ ਜਾਂਦਾ, ਜੋ ਸੰਸਾਰਿਕ ਰੀਤ ਹੈ, ਆਪ ਜੀ ਨੇ ਵੇਖਿਆ। ਲੇਕਿਨ ਇਸ ਘਰ ਨਾਲ ਜਦੋਂ ਬੱਚਾ ਜੁੜਦਾ ਤਾਂ ਕੁਝ ਸਮਝਦਾਰ ਹੁੰਦਾ ਅਤੇ ਉਹਨੂੰ ਵੀ ਤੌਰ ਤਰੀਕੇ ਸਮਝਾਏ ਜਾਂਦੇ ਨੇ। ਹੋ ਸਕਦਾ ਜਿਹੜਾ ਕੱਲ੍ਹ ਜੁੜਿਆ ਉਹਦੇ ਕੋਲੋਂ ਥੋੜ੍ਹੀ ਗਲਤੀ ਹੋ ਜਾਏ, ਅਤੇ ਉਹਨੂੰ ਇਹ ਨਹੀਂ ਝਿੜਕਣਾ ਨਹੀਂ ਉਹਨੂੰ ਸਮਝਾਉਣਾ, ਪੁੱਛਣਾ ਕਿ ਬੱਚੇ ਵੱਡਾ ਹੈ तो पूछने वाला बच्चा कहेगा, बराबर है तो भरा कहेगा, बराबर का है तो या थोड़ा बड़ा है तो वीर जी भी कह सकते हैं। मान सम्मान देना साडा फर्ज है। तो उस चीज़ के उत्ते अगर विचार करिए तो उन्होंने भी, क्योंकि हर जी दुनिया दियाँ जड़ियाँ चलत है ना, उस तो साड़ी चलत बहुत फर्क है, बहुत। क्योंकि जो तौर तरीके सानू समझाएगे, जो मर्यादा सानू समझाएगी गुरु नानक दे घर दी, असी उसनू फॉलो करने हैं। गुरपुरब विच भी इस चीज़ का जिक्र किया सी कि बई 3 रीतां सानू एक मिलियां ते नाल 3 जड़ियाँ भूमियां नू मिलियां सन, वो भी असी फॉलो करनियां ने। ये नहीं है कि साखी आंदी है तो साखी अंदर असी अद्धी गल सुनीए, साहब महाराज उन्होंने तो सानू मेन गल्लां दसियां, लेकिन नाल साखी विच 3 गल्लां जड़ियां होर आईयां जो अपनी समझ दास दी अपनी गल करता है समझ अनुसार, कि बई वो भी सानू अपनी जिंदगी जरूर अपनानियां चाहिदियां ने। तो वो सारिया चीज़ां जदों अपनावांगे ना, देखो ये रहनियां तो हो गई परन तो बचिए, पर तन तो बचिए, पर तन तो बचिए। समाज चाहे तुसी वेख रहे हो कि कुछ चल रहा है, कोई इस चीज़ की परवाह ही नहीं करता, कोई परवाह ही नहीं करता।
ਹੁਣ ਜਿਸ ਤਰ੍ਹਾਂ ਦੱਸਿਆ ਕਿ ਕਿਸੇ ਕੋਲ ਚਲਾ ਗਿਆ ਤੇ ਲੈ ਗਿਆ, ਇਹ ਤੇ ਪਹੁੰਚ ਗਏ ਪਿੱਛੇ ਖਬਰ ਲੈਣ ਵਾਲੇ, ਤੇ ਪਤਾ ਚੱਲ ਗਿਆ। ਨਾ ਪਹੁੰਚਦੇ ਤੇ ਜਿਸ ਦੇ ਗਲੇ ਮੁਸੀਬਤ ਪਈ ਸੀ। ਲੇਕਿਨ ਇੱਥੇ ਸਮਝਾਇਆ, ਇੱਕ ਛੋਟੀ ਛੋਟੀ ਗੱਲਾਂ ਤੁਹਾਨੂੰ ਸਮਝਾਣਾ ਕਿ ਇਹਦੇ 'ਚ ਕਿੰਨਾ ਮਾਣ ਸਨਮਾਨ ਵੱਧਦਾ। ਗੱਲ ਵੱਡੀ ਨਹੀਂ ਹੈਗੀ, ਇਹ ਸਿਰਫ ਇੱਕ ਛੋਟੀ ਜਿਹੀ ਗੱਲ ਦੱਸਣਾ। ਇੰਦਰਪਾਲ ਜੀ ਬੈਠੇ ਨੇ, ਇੱਕ ਗੱਲ ਚੇਤੇ ਆ ਗਈ, ਇਸ ਗੱਲ ਨੂੰ ਸਮਝਣੇ ਦੀ ਗੱਲ ਹੈ। ਇੱਕ ਵਾਰ ਇਹਨਾਂ ਨੂੰ ਦਾਸ ਨੇ ਘਿਓ ਦਾ ਟੀਨ ਲੈਣ ਭੇਜਿਆ ਸੀ। ਦਾਸ ਨੇ ਕਿਹਾ ਘੀ ਦਾ ਟੀਨ ਲਿਆਓ। ਭਗਤ ਜੀ ਇਹ ਮੋਤੀ ਨਗਰ ਘੀ ਦਾ ਟੀਨ ਲੈਣ ਗਏ, ਇਹਨਾਂ ਨੇ ਮੈਨੂੰ ਪੈਸੇ ਲੁਟਾਏ, ਤੇ ਮੈਂ ਕਿਹਾ ਕਿਤਨੇ ਪੈਸੇ? ਕਹਿੰਦੀ ਇਤਨੇ। ਤੇ ਮੈਂ ਕਿਹਾ ਦੇ ਕਿਤਨੇ ਰਹੇ ਹੋ ਮੈਨੂੰ, ਤੁਸੀਂ ਦੇ ਕਿਤਨੇ ਰਹੇ ਹੋ ਮੈਨੂੰ? ਕਹਿਣ ਲੱਗੇ ਜੀ ਇਹ ਤੇ ਬਹੁਤ ਜ਼ਿਆਦਾ ਨੇ। ਤੇ ਮੈਂ ਕਿਹਾ ਸਸਤਾ ਹੋ ਗਿਆ, ਇਹ ਤੇ ਮੈਂ ਪੁੱਛ ਰਿਹਾ ਤੁਹਾਡੇ ਕੋਲੋਂ। ਤੇ ਮੈਂ ਕਿਹਾ ਜਾਓ ਜ਼ਰਾ ਉਸ ਨਾਲ ਗੱਲ ਕਰਕੇ ਆਓ ਕਿ ਬਈ ਕੀ ਕਾਰਨ ਬਣਿਆ। ਗਲਤੀ ਨਾਲ ਆ ਗਏ ਤੇ ਅਮਾਨਤ ਅਗਲੇ ਦੀ ਲੁਟਾ ਦਿੱਤੀ ਜਾਵੇ। ਇਹ ਇੰਦਰਪਾਲ ਜੀ ਸਨ ਜਿਹੜੇ ਗਏ ਸਨ। ਇੰਦਰਪਾਲ ਜੀ ਨੇ ਕਿਹਾ ਟੀਨ ਕਿਤਨੇ ਦਿੱਤਾ? ਉਹਨਾਂ ਨੇ ਪੈਸੇ ਦੱਸੇ। ਇਹਨਾਂ ਨੇ ਕਿਹਾ ਜੀ ਤੁਸੀਂ ਮੈਨੂੰ ਮੋੜੇ ਕਿਤਨੇ ਨੇ? ਕਹਿੰਦੇ ਮੋੜੇ ਜਿਤਨੇ ਮੋੜੇ ਨੇ। ਕਹਿੰਦੇ ਮੈਂ ਤਾਂ ਇੰਝ ਉਹੀ ਪੈਸੇ ਮੈਂ ਵਾਪਸ ਲਿਆ ਤੁਹਾਡੀ ਅਮਾਨਤ। ਇਹ ਵੇਖੋ, ਤੇ ਉਹਦੇ 'ਚ ਮੈਨੂੰ ਨਹੀਂ ਧਿਆਨ ਆ ਰਿਹਾ ਕਿਤਨੇ ਪੈਸੇ ਵੱਧ ਸੀ। 100 ਰੁਪਇਆ ਜ਼ਿਆਦਾ ਸੀ। 100 ਰੁਪਏ ਵਾਪਸ ਮੋੜੇ। ਤੇ ਅਗਲਾ ਕੀ ਕਹਿੰਦਾ? ਕਹਿੰਦਾ ਅੱਜ ਕੱਲ੍ਹ ਯਾਰ ਕੌਣ ਆਉਂਦਾ ਵਾਪਸ ਦੇਣੇ? ਤੇ ਉਹਨੇ ਉਹਦੇ ਵਿੱਚੋਂ ਵੀ 20-30 ਰੁਪਏ ਹੋਰ ਮੋੜ ਦਿੱਤੇ। ਕਹਿਣ ਲੱਗਾ ਮੈਂ ਇਹ 2 ਰੇਟ ਰੱਖੇ ਨੇ ਦੁਕਾਨ ਦੇ, ਜਿਹੜਾ ਕੋਈ ਰਿਟੇਲ ਲੈਣ ਆਉਂਦਾ ਤੇ ਉਹਦੇ ਕੋਲੋਂ ਮੈਂ 20-30 ਰੁਪਏ ਕੁਝ ਜ਼ਿਆਦਾ ਕਮਾਉਣਾ, 20-30 ਰੁਪਏ ਕਮਾਉਣਾ ਜ਼ਿਆਦਾ, ਤੇ ਹੋਲਸੇਲ ਵਾਲੇ ਕੋ ਘੱਟ ਕਮਾਉਣਾ। ਲੇਕਿਨ ਅੱਜ ਤੋਂ ਤੁਸੀਂ ਮੇਰੇ ਕੋਲੋਂ ਹੋਲਸੇਲ 'ਤੇ ਲੈ ਜਾਇਆ ਕਰੋ। ਔਰ ਫਿਰ ਜਦੋਂ ਤੱਕ ਲੈਂਦੇ ਰਹੇ ਉਹਨੇ ਉਹ 20 ਰੁਪਏ ਜਿਹੜੇ ਜਾਂ 30 ਰੁਪਏ ਦਾ ਜੋ ਵੀ ਫਰਕ ਸੀ, ਧਿਆਨ ਨਹੀਂ ਉਸ ਚੀਜ਼ ਦਾ, ਉਹ ਫਰਕ ਸਾਨੂੰ ਕਿਤਨੇ ਬਾਰ ਕਿਤਨੇ ਟੀਨ ਆਏ ਹੋਣੇ ਨੂੰ 100 ਦੇ ਕਿਤਨੇ ਗੁਣਾ ਉਹਨੇ ਜ਼ਿਆਦਾ ਕਰਕੇ ਦਿੱਤੇ ਕਿ ਬਈ ਇੱਕ ਈਮਾਨਦਾਰੀ ਸ਼ਰਾਫਤ ਕਰਕੇ। ਤੇ ਦੇਖੋ ਕਿਤਨਾ ਫਾਇਦਾ ਹੋਇਆ, ਮਨ ਵੀ ਵਧਿਆ ਤੇ ਪੈਸੇ ਵੀ ਬਚੇ। ਮਾਣ ਵੀ ਵਧਿਆ ਤੇ ਪੈਸੇ ਵੀ ਬਚੇ। ਹੁਣ ਇਸ ਚੀਜ਼ ਨੂੰ ਇਹ ਬਾਈ ਚਾਂਸ ਬੈਠੇ ਸਨ ਸਾਹਮਣੇ ਇੰਦਰਪਾਲ ਜੀ, ਤੇ ਯਾਦ ਆ ਗਈ ਗੱਲ ਪੁਰਾਣੀ। ਇਹ ਚੀਜ਼ਾਂ ਨਹੀਂ ਨੇ, ਇਹ ਸਮਝ ਆਉਂਦੀਆਂ ਨੇ ਗੱਲਾਂ। ਅਸੀਂ ਦੁਕਾਨਦਾਰ ਭਰਾ ਬੈਠੇ ਹਾਂ, ਵਪਾਰੀ ਬੈਠੇ ਹਾਂ, ਕਿਸੇ ਨੂੰ ਕਦੇ ਘੱਟ ਵੱਧ ਹੋ ਜਾਏ, ਗਾਹਕ ਦਾ ਧਿਆਨ ਹੋਵੇ, ਤੁਹਾਡਾ ਰੈਗੂਲਰ ਕਸਟਮਰ ਹੋਵੇ, ਅਗਰ ਵੱਧ ਆ ਗਏ ਤੇ ਪੁੜੀ ਬਣਾ ਕੇ ਉਹਦੀ ਰੱਖ ਦਿਓ। ਇਹ ਨਾ ਕਹੋ 10 ਵੱਧ ਆ ਗਏ, 50 ਵੱਧ ਆ ਗਏ, 100 ਵੱਧ ਆ ਗਏ। ਉਹ ਜਦੋਂ ਪੁੜੀ ਬਣਾ ਕੇ ਨਾ ਲਿਖੋਗੇ ਨਾ ਉਹਦਾ, ਅਗਲੀ ਵਾਰ ਆਏਗਾ ਕਿ ਫਲਾਣੇ ਤੋਂ ਟਾਈਮ ਆਇਆ ਸੀ ਤੇ ਨਾਲ ਲੈਣ ਦੇਣ ਹੋਇਆ ਸੀ, ਇਹ 100 ਵੱਧ ਆ ਗਏ ਸਨ ਤੇਰੇ। ਉਹ ਵੇਖੋ ਕਿਤਨਾ ਖੁਸ਼ ਹੁੰਦਾ, ਕਿਤਨੀ ਤੁਹਾਡੀ ਇੱਜ਼ਤ ਕਰਦਾ, ਕਿਤਨਾ ਤੁਹਾਡਾ ਮਾਣ ਕਰਦਾ, ਕਿਤਨਾ ਸਨਮਾਨ ਕਰਦਾ। ਤੇ ਫਿਰ ਉਹ ਕੀ ਕਹੇਗਾ, ਇਹ ਦੁਕਾਨਦਾਰ ਬੜਾ ਸੱਚਾ ਹੈ, ਇਹਦੇ ਨਾਲ ਵਪਾਰ ਕੀਤਾ ਜਾਏ। ਅੱਜ ਉਹਨਾਂ ਨੇ ਸਾਨੂੰ ਸਿਖਾਇਆ ਹੀ ਹੈ, ਸੱਚ ਦੀ ਰਾਹ ਦਿਖਾਈ। ਕਿਉਂਕਿ ਅਸੀਂ ਗੁਰੂ ਨਾਲ ਜੁੜੀਏ, ਗੁਰੂ ਚਰਨਾਂ ਨਾਲ ਜੁੜੀਏ, ਤੇ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਨੇ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕਿ ਕੋਈ ਕਰਦਾ ਹੈ, ਲੇਕਿਨ ਅਸੀਂ ਜੀਵਨ ਅੰਦਰ ਮੇਰੇ ਨਾਲ ਜੋ ਬੀਤੀ, ਫਾਇਦਾ ਤੇ ਇੰਦਰਪਾਲ ਜੀ ਦੇ ਭਾਵੇਂ ਮਾਰਫਤ ਹੋਇਆ ਤੇ ਮੇਰਾ ਅੱਗੋਂ ਜਦੋਂ ਮੰਗਾਉਂਦਾ ਰਿਹਾ ਮੇਰੇ 20-30 ਰੁਪਏ ਬਚਦੇ ਰਹੇ। ਉਹ ਧਿਆਨ ਆ ਗਿਆ, ਰੂਬੀ ਦਾ ਟੀਨ ਲੈਂਦੇ ਸੀ, ਰੂਬੀ ਦਾ ਲੈਂਦੇ ਸੀ। ਹੁਣ ਧਿਆਨ ਆ ਗਿਆ ਟੀਨ ਦਾ ਵੀ ਨਾ ਆਇਲ ਦਾ। ਤੇ ਜਦੋਂ ਤੱਕ ਲੈਂਦੇ ਰਹੇ ਤੇ 20-30 ਰੁਪਏ ਬਚਦੇ ਰਹੇ। ਤੇ ਦੇਖੋ ਕਿਤਨੀ ਮਤਲਬ ਕਿ ਈਮਾਨਦਾਰੀ ਦੀ। ਔਰ ਫਿਰ ਕਿਤਨੀ ਜਦੋਂ ਉਸ ਬੰਦੇ ਕੋਲ ਤੁਸੀਂ ਜਾਂਦੇ ਹੋ, ਖੜੇ ਹੁੰਦੇ ਹੋ,
ਉਹ ਤੁਹਾਨੂੰ ਉਹਦੀ ਨਿਗਾਹ ਤੁਹਾਡੇ ਵਾਸਤੇ ਬਦਲ ਜਾਂਦੀ ਹੈ। ਸਭ ਤੋਂ ਵੱਡੀ ਗੱਲ ਜਿਸ ਗੱਲ 'ਤੇ ਆ ਨਾ, ਪੈਸਿਆਂ ਦਾ ਕੋਈ ਇੰਪੋਰਟੈਂਸ ਨਹੀਂ ਹੈ। ਲੈ ਰਹੇ ਸੀ ਪਤਾ ਤੋਂ ਨਹੀਂ ਕਦੋਂ ਤੋਂ 20-30 ਰੁਪਏ ਵੱਧ ਦੇ ਰਹੇ ਸੀ, ਸਵਾਲ ਇਸ ਚੀਜ਼ ਦਾ ਨਹੀਂ ਸੀ। ਹੁਣ ਸਵਾਲ ਇਸ ਚੀਜ਼ ਦਾ ਆ ਗਿਆ ਕਿ ਉਹਦੇ ਕੋਲ ਜਦੋਂ ਜਾ ਕੇ ਖੜੇ ਹੁੰਦੇ ਹੋ ਤੁਹਾਨੂੰ ਉਹ ਰਿਸਪੈਕਟ ਕਿਤਨੀ ਦਿੰਦਾ। ਆਦਰ ਦੀ ਗੱਲ ਹੈ। ਸਮਾਜ ਵਿੱਚ ਦੁਨੀਆ ਵਸ ਰਹੀ ਹੈ, ਲੇਕਿਨ ਇੱਕ ਬੰਦਾ ਵੱਖਰਾ ਨਜ਼ਰ ਆਵੇ ਤੇ ਉਹਦਾ ਫਿਰ ਮਹੱਤਵ, ਇੱਕ ਬੰਦੇ ਦੀ ਇੰਪੋਰਟੈਂਸ ਅਲੱਗ ਹੋ ਜਾਂਦੀ ਹੈ। ਤੇ ਅਸੀਂ ਸਤਿਗੁਰ ਸੇਵਾ ਰਾਮ ਜੀ ਦੇ ਸਿੱਖ ਹਾਂ, ਤੇ ਅਸੀਂ ਆਪਣੇ ਮਾਲਕ ਦੀ ਸ਼ੋਭਾ ਕਿਸ ਤਰ੍ਹਾਂ ਵਧਾ ਸਕਦੇ ਹਾਂ? ਅਸੀਂ ਜਿੱਥੇ ਵੀ ਰਹੀਏ, ਸਮਾਜ ਵਿੱਚ ਰਹੀਏ, ਇੱਕ ਪਤਾ ਚੱਲੇ ਸਾਰਿਆਂ ਨੂੰ ਕਿ ਬਈ ਇਹ ਜਿਹੜਾ ਬੂਟਾ ਸਤਿਗੁਰ ਸੇਵਾ ਰਾਮ ਜੀ ਦਾ ਲੱਗਿਆ ਹੋਇਆ, ਇਹਦੀ ਖੁਸ਼ਬੂ ਬਹੁਤ ਦੂਰ ਤੱਕ ਜਾਣੀ ਚਾਹੀਦੀ ਹੈ। ਔਰ ਬਹੁਤ ਦੂਰ ਤੱਕ ਕਦੋਂ ਜਾਏਗੀ, ਕਿਸ ਤਰ੍ਹਾਂ ਜਾਏਗੀ? ਇਹ ਨਹੀਂ ਕਿ ਅਸੀਂ ਜਾ ਕੇ ਹਰ ਕਿਸੇ ਨੂੰ ਆਪਣੀ ਗੱਲ ਸੁਣਾਉਣੀ ਸ਼ੁਰੂ ਕਰ ਦਈਏ ਨਾ। ਸਤਿਗੁਰੂ ਜੀ ਨੇ ਸਾਨੂੰ ਇਹ ਨਹੀਂ ਸਮਝਾਇਆ ਹਰ ਕਿਸੇ ਨਾਲ ਅਸੀਂ ਜਾ ਕੇ ਆਪਣੇ ਮੂੰਹ ਮੀਆਂ ਮਿੱਠੂ ਕਹਿੰਦੇ ਨਾ ਬਣਨਾ, ਉਹ ਵੀ ਗੱਲ ਠੀਕ ਨਹੀਂ ਹੁੰਦੀ। ਕਿਸੇ ਨੂੰ ਗੱਲ ਉਸ ਨਾਲ ਕੀਤੀ ਜਾਏ ਜਿਸ ਕੋਲ ਕਦਰ ਹੋਵੇ ਗੱਲ ਸੁਣਨੇ ਦੀ ਵੀ। ਇੱਥੇ ਬੈਠੇ ਹਾਂ, ਗੱਲ ਕਰ ਰਹੇ ਹਾਂ ਆਪਣੇ ਮਾਲਕਾਂ ਦੀ, ਤੇ ਸਾਰਿਆਂ ਨੂੰ ਗਰਜ ਹੈ ਨਾ, ਸਾਡੇ ਸਭ ਨੂੰ। ਤੇ ਇਹ ਜਿਹੜੀ ਆਵਾਜ਼ ਹੈ, ਸਾਨੂੰ ਮਾਲਕਾਂ ਨੇ ਜੋ ਇੱਕ ਪਹਿਚਾਣ ਬਣਾਈ, ਇੱਕ ਖੁਸ਼ਬੂ ਦਿੱਤੀ, ਉਹ ਖੁਸ਼ਬੂ ਦੂਰ ਤੱਕ ਜਾਵੇ। ਕਿੱਥੇ ਵੀ ਖੜੇ ਹੋ ਜਾਈਏ, ਕਵਨ ਨਹੀਂ ਯਾਰ ਚਿੱਟੇ ਕੱਪੜੇ ਵਾਲੇ, ਚਿੱਟੇ ਟੋਪੀ ਵਾਲੇ ਸਾਹਿਬਾਂ ਦਾ ਨਾ ਵੀ ਨਾ ਪਤਾ ਹੋਵੇ, ਅਗਰ ਸ਼ਹਿਰ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ, ਹਾਪੜ ਵਾਲੇ ਤਾਂ ਲਗਭਗ ਜਾਣਦੇ ਨੇ ਸਾਰੇ, ਕਵਨ ਕਿ ਨਹੀਂ ਯਾਰ ਇਹ ਸੱਚੇ ਤੇ ਇਮਾਨਦਾਰ ਬੰਦੇ ਨੇ। ਐਸੀ ਇੱਕ ਪਹਿਚਾਣ ਬਣਾਈ ਹੈ। ਤੇ ਜਦੋਂ ਸਮਾਜ ਅੰਦਰ ਤੁਹਾਡੀ ਇੱਜ਼ਤ ਸੱਚਾਈ ਵਾਲੀ ਬਣੇਗੀ, ਇਮਾਨਦਾਰੀ ਵਾਲੀ ਬਣੇਗੀ, ਹਰ ਆਦਮੀ ਦੀ ਜਿਹੜੀ ਨਿਗਾਹ ਹੈ ਤੁਹਾਡੇ ਵਾਸਤੇ ਉੱਚੀ ਤੇ ਸੁੱਚੀ ਹੋ ਜਾਏਗੀ। ਨਿਗਾਹ ਜਿਹੜੀ ਹੈ ਉੱਚੀ ਵੀ ਹੋਏਗੀ ਤੇ ਬੜੀ ਸੁੱਚੀ ਨਿਗਾਹ ਨਾਲ ਵੇਖੇਗਾ, ਸੁੱਚੀ ਉਹਦਾ ਦਿਮਾਗ ਤੁਹਾਡੇ ਵਾਸਤੇ ਜਿਹੜੀ ਸੋਚ ਹੋਏਗੀ, ਉਹ ਸੋਚ ਵੀ ਇੱਕ ਵੱਖਰੀ ਹੋ ਜਾਏਗੀ। ਤੇ ਅਸੀਂ ਯਤਨ ਕਰੀਏ ਉਸ ਮਾਲਕ ਨੂੰ ਅਸੀਂ ਧਿਆਨੇ ਹਾਂ, ਜੋ ਰਸਤਾ ਦਿਖਾਇਆ ਉਸ 'ਤੇ ਚੱਲੀਏ। ਰਾਤ ਨੂੰ ਵੀ ਇੱਕ ਗੱਲ ਕਹੀ ਸੀ ਕਿ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਲਕੀਰ ਖਿੱਚੀ ਹੈ। ਉਸ ਲਕੀਰ ਦਾ ਮਹੱਤਵ ਸਮਝਣਾ ਕਿ ਲਕੀਰ ਦੇ ਅੰਦਰ ਰਵਾਂਗੇ। ਇਹ ਨਹੀਂ ਹੈ ਕਿ ਸਾਡੀ ਤਰੱਕੀ ਰੁਕ ਜਾਏਗੀ ਉਹਦੇ ਨਾਲ। ਕੰਮ ਕਰਨੇ ਵਾਸਤੇ ਕੋਈ ਹੱਦ ਨਹੀਂ ਰੱਖੀ ਸੱਚੇ ਪਾਤਸ਼ਾਹ ਨੇ। ਕਾਰੋਬਾਰ ਜਿਤਨਾ ਮਰਜ਼ੀ ਕਰੀਏ, ਲੇਕਿਨ ਸਾਨੂੰ ਕੰਮ ਕਰਨੇ ਦਾ ਜਿਹੜਾ ਤਰੀਕਾ ਹੈ ਉਹਦੇ 'ਚ ਵਾਧਾ ਪਏਗਾ, ਬਰਕਤ ਪਏਗੀ। ਅਗਰ ਕੰਮ ਇਮਾਨਦਾਰੀ ਨਾਲ ਕਰਾਂਗੇ, ਕਿਸੇ ਮਾਰਕੀਟ ਵਿੱਚ ਬੈਠੇ ਹਾਂ, ਕਿਸੇ ਮਾਰਕੀਟ ਵਿੱਚ ਬੈਠੇ ਹਾਂ ਤਾਂ ਸਾਡਾ ਨਾਂ ਉੱਚਾ ਹੋਏਗਾ ਜੀ, ਉਹ ਬੜੀ ਉੱਚੀ ਤੇ ਸੁੱਚੀ ਦੁਕਾਨ ਹੈ, ਉਸ 'ਤੇ ਚਲੇ ਜਾਓ ਤੇ ਲਾਈਨਾਂ ਲੱਗ ਕੇ ਮਾਲ ਵਿਕਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬੰਦਾ ਇਮਾਨਦਾਰ ਹੈ, ਪੈਸੇ ਵੀ ਠੀਕ ਲੈਂਦਾ ਤੇ ਚੀਜ਼ ਵੀ ਪੂਰੀ ਤੇ ਵਧੀਆ, ਪੂਰੀ ਵੀ ਤੇ ਨਾਲ ਵਧੀਆ ਵੀ। ਤੇ ਜਿਹਨੂੰ ਚੀਜ਼ ਵਧੀਆ ਮਿਲੇ, ਪੈਸੇ ਮਾਰਕੀਟ ਤੋਂ ਰੀਜ਼ਨੇਬਲ ਲੱਗਣ, ਤਾਂ ਆਪੇ ਕਹਿੰਦਾ ਨਾ ਕਿ ਮੈਂ ਇਸ ਕੋਲ ਹੀ ਲੈਣਾ, ਤੇ ਕੰਮ ਤੇ ਆਪੇ ਵੱਧ ਗਿਆ। ਉਹਨਾਂ ਨੇ ਇਹ ਹੱਦਾਂ ਨਹੀਂ ਪਾਈਆਂ, ਹੱਦ ਇਹ ਪਾਈ ਕਿ ਚੀਜ਼ ਪੂਰੀ ਵੀ ਹੋਵੇ ਤੇ ਟਿਕਾਊ ਵੀ ਹੋਵੇ। ਇਹ ਨਹੀਂ ਕਿ ਕਈ ਕਹਿ ਦਿੰਦੇ ਨੇ ਕੰਪੀਟੀਸ਼ਨ ਦਾ ਜ਼ਮਾਨਾ ਹੈ, ਕੰਪੀਟੀਸ਼ਨ ਦਾ ਜ਼ਮਾਨਾ ਹੈ। ਅਸੀਂ ਕਦੇ ਧਿਆਨ ਨਹੀਂ ਕੀਤਾ ਡੱਬਿਆਂ 'ਤੇ। ਕਪੜਾ ਤੁਹਾਨੂੰ ਪੂਰਾ ਮਿਲਦਾ, ਲੇਕਿਨ ਪਿੱਛੇ ਜਦੋਂ ਲੈਣ ਜਾਓ ਨਾ ਤਾਂ ਕੁਝ ਚੀਜ਼ਾਂ ਐਸੀਆਂ ਨੇ, ਬਈ ਤੇਰੀ ਚੀਜ਼ ਮਹਿੰਗੀ ਹੈ, ਕਹਿੰਦਾ ਐਲ ਘਟਾ ਲੈ। ਹੁਣ 100 ਹੁੰਦੇ ਨੇ 1 ਮੀਟਰ 'ਚ ਪੁਆਇੰਟ, ਕਹਿੰਦਾ 95 ਲੈ ਲੈ। ਪਿੱਛੋਂ ਹੀ ਬੇਈਮਾਨੀ ਚੱਲ ਰਹੀ ਹੈ, ਪਿੱਛੋਂ ਹੀ। ਹੁਣ ਗਾਹਕ ਨੂੰ ਨਹੀਂ ਪਤਾ ਮੇਰੇ ਨਾਲ ਕੀ ਹੋ ਰਿਹਾ।
ਦੁਪੱਟੇ ਜਿੰਨੇ ਵਿਕਦੇ ਨੇ ਕਦੇ ਤੁਸੀਂ ਵੇਖ ਲਓ, ਘੱਟ ਹੀ ਹੋਏਗਾ, ਕੋਈ ਨਾਪ ਕੇ ਦਿੰਦਾ ਹੋਏਗਾ ਤੇ ਐਂ ਚੁੱਕ ਕੇ ਤੁਹਾਨੂੰ ਨਾਪ ਦਿੰਦਾ ਤੇ ਫਾੜ ਕੇ 2.5 ਮੀਟਰ ਤੇ ਇੱਕ ਪਾਸੇ ਕਰ ਦਿੰਦਾ। ਹੁਣ ਲੈਂਥ 95 ਦੀ ਜਾ ਰਹੀ ਹੈ, ਪਿੱਛੋਂ ਬੇਈਮਾਨੀ ਆਈ ਸਾਡੇ ਕੋਲੋਂ ਨਾਲ ਕਰਵਾ ਰਿਹਾ। ਗਾਹਕ ਕਹਿੰਦਾ 2.5 ਮੀਟਰ ਦਿਓ ਤੇ ਅਸੀਂ 95 ਦੀ ਲੈਂਥ ਉਹਨੂੰ ਕੱਟ ਕੇ ਦੇ ਰਹੇ ਹਾਂ। ਕਿਉਂ ਨਹੀਂ ਆਪਣਾ 1 ਰੁਪਇਆ 2 ਰੁਪਏ ਹੋਰ ਵਧਾਉਂਦੇ ਜੋ ਉਹਨੂੰ ਪੂਰੇ ਮੀਟਰ ਨਾਪ ਕੇ ਦੇਈਏ। ਇਹ ਚੀਜ਼ਾਂ ਅਸੀਂ ਆਪਣੇ ਅੰਦਰੋਂ ਬਦਲਾਣੀਆਂ ਨੇ, ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ। ਅੱਜ ਪੈਕਟਾਂ 'ਚ ਤੁਸੀਂ ਵੇਖੋ ਕਿਸੇ ਦੇ 480 ਗ੍ਰਾਮ ਲਿਖਿਆ, ਰੇਟ ਨਹੀਂ ਘਟਾਏ, 475 ਗ੍ਰਾਮ ਦੀ ਪੈਕਿੰਗ ਆ ਗਈ ਹੈ। ਅੱਧੇ ਕਿਲੋ ਨੂੰ 475 ਕਰਤਾ, 25 ਗ੍ਰਾਮ ਚੀਜ਼ ਹੀ ਖਾ ਗਏ। ਕੋਈ ਵੇਖਦਾ ਹੀ ਨਹੀਂ ਕਿ ਸਾਡੇ ਨਾਲ ਧੋਖਾ ਹੋ ਰਿਹਾ ਕਿ ਕੀ ਹੋ ਰਿਹਾ। ਲੇਕਿਨ ਉਹਨੇ ਲਿਖਿਆ, ਅਸੀਂ ਉਹਨੂੰ ਧੋਖਾ ਨਹੀਂ ਕਹਿ ਸਕਦੇ, ਉਹਨੂੰ ਇਮਾਨਦਾਰੀ ਕਹਾਂਗੇ। ਲੇਕਿਨ ਪੈਕਿੰਗਾਂ ਐਸੀਆਂ ਬਣਾ ਦਿੱਤੀਆਂ, ਤਰੀਕਾ ਇਹੋ ਜਿਹਾ ਹੋ ਗਿਆ ਕਿ ਆਦਮੀ ਘੁੰਮ ਗਿਆ ਉਸੀ 'ਚ। 900 ਗ੍ਰਾਮ ਦਾ ਕਿਲੋ ਹੋ ਗਿਆ ਤੇ ਐਸੀਆਂ ਚੀਜ਼ਾਂ ਹੋ ਗਈਆਂ। ਲੇਕਿਨ ਸਾਨੂੰ ਸੰਸਾਰ ਨਾਲ ਕੁਝ ਨਹੀਂ ਲੈਣਾ ਦੇਣਾ। ਅਸੀਂ ਅਗਰ ਤੋਲ ਸਾਡਾ ਹੈ ਕਿਲੋ, ਅੱਧਾ ਕਿਲੋ ਤੋਂ 1000 ਗ੍ਰਾਮ ਹੀ ਜਾਣਾ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ ਮਾਰਕੀਟ ਤੋਂ 5 ਪੈਸੇ ਹੋਰ ਵੱਧ ਲੈ ਲਓ, ਲੇਕਿਨ ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਨਾਲ ਧੋਖਾ ਨਾ ਕਰੋ। ਸਾਨੂੰ ਇਹ ਚੀਜ਼ ਸਿਖਾਈ ਗਈ ਹੈ, ਇਮਾਨਦਾਰੀ ਸਿਖਾਈ ਗਈ ਹੈ। ਤੋ ਜਿਹੜੀਆਂ ਰਹਿਣੀਆਂ ਸਾਨੂੰ ਸਿਖਾਈਆਂ ਗਈਆਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਕਿ ਝੂਠ ਨਾ ਬੋਲੀ ਕਦੇ ਵੀ, ਸਦਾ ਸੱਚ ਬੋਲੀ, ਜਿਸਦਾ ਨਮਕ ਖਾਈ ਨਮਕ ਹਰਾਮੀ ਨਾ ਕਰੀ, ਕਿਸੇ ਗਰੀਬ 'ਤੇ ਅਤਿਆਚਾਰ ਹੁੰਦਾ ਨਾ, ਅਤਿਆਚਾਰ ਕਰੀ ਨਾ ਹੁੰਦਾ ਵੇਖੀ। ਤੇ ਇਹ ਚੀਜ਼ਾਂ ਕੀ ਨੇ? ਅੱਜ ਕੱਲ੍ਹ ਆਦਮੀ, ਹਰ ਆਦਮੀ ਕਿਤੇ ਦੋ ਲੜਦੇ ਹੁੰਦੇ ਨੇ, ਕੰਨੀ ਕੱਟ ਕੇ ਚਲਾ ਜਾਂਦਾ, ਕੋਈ ਛੁਟਾਉਂਦਾ ਹੀ ਨਹੀਂ, ਡਰਦਾ, ਕਹਿੰਦਾ ਇਹ ਨਾ ਉਹਦੀ ਬਜਾਏ ਮੈਨੂੰ ਪੈ ਜਾਵੇ। ਜ਼ਮਾਨਾ ਵੀ ਇਹੋ ਜਿਹਾ, ਕਰੇ ਕੀ ਇਨਸਾਨ। ਉਹ ਤਾਂ ਸਤਿਯੁਗ ਦਾ ਵੇਲਾ ਸੀ ਗੁਰੂ ਨਾਨਕ ਪਾਤਸ਼ਾਹ ਦਾ, ਸੱਚ ਦਾ ਵੇਲਾ ਸੀ, ਸੱਚ ਚੱਲਦਾ ਸੀ। ਅੱਜ ਕਲਯੁਗ ਵਿੱਚ ਅਸੀਂ ਬੈਠੇ ਹਾਂ ਅਤੇ ਕਲਯੁਗ ਵਿੱਚ ਹਰ ਚੀਜ਼ ਸੰਭਾਲਣੀ ਔਖੀ ਹੋਈ ਵੀ ਹੈ। ਅਤੇ ਅਸੀਂ ਬੈਠੇ ਹਾਂ ਸਤਿਗੁਰਾਂ ਦੇ ਪਿਆਰ ਅੰਦਰ, ਸਤਿਗੁਰ ਸੇਵਾ ਰਾਮ ਜੀ ਦੇ। ਰਾਤ ਤੋਂ ਹੀ ਸੁਣ ਰਿਹਾ, ਸਵੇਰੇ ਵੀ ਸੁਣਿਆ। ਉਸ ਬੱਚੇ ਦੀ ਇੱਕ ਰਾਤ ਨੂੰ ਬੱਚੀ ਨੇ ਕਵਿਤਾ ਸੁਣਾਈ, ਸਵੇਰੇ ਗਰੋਵਰ ਜੀ ਦੇ ਬੱਚੇ ਨੇ ਕਵਿਤਾ ਸੁਣਾਈ। ਉਹਨੇ ਜੋ ਚੀਜ਼ਾਂ ਦਸੀਆਂ, ਉਹਦੇ ਬਾਅਦ ਮੈਂ ਸਮਝਦਾ ਕੁਝ ਕਹਿਣ ਦੀ ਲੋੜ ਹੀ ਨਹੀਂ ਰਹੀ। ਉਹ ਇਤਨੀ ਸਪਸ਼ਟ ਕਰਕੇ ਹਰ ਚੀਜ਼ ਨੂੰ ਗਿਆ ਬੱਚਾ, ਬੜਾ ਦਿਲ ਖੁਸ਼ ਹੋਇਆ। ਖੁਸ਼ੀ ਇਸ ਗੱਲ ਦੀ ਹੋਈ ਕਿ ਇੱਕ ਕਵੀਜਨ ਹੋਰ ਮਿਲ ਗਿਆ, ਔਰ ਬਹੁਤ ਅੱਛਾ ਲਿਖਿਆ ਉਹਨੇ, ਹਰ ਚੀਜ਼ ਦੇ ਬਾਰੇ 'ਚ ਸਪਸ਼ਟਤਾ ਆਈ ਕਿ ਜੀਵਨ ਸਾਡਾ ਕਿਸ ਤਰ੍ਹਾਂ ਹੋਣਾ ਚਾਹੀਦਾ। ਅਤੇ ਰਾਤੀ ਵੀ ਮੈਂ ਗੱਲ ਕਹੀ ਸੀ, ਕਵਿਤਾ ਹੋਵੇ ਜਾਂ ਕੀਰਤਨ ਹੋਵੇ, ਕੋਈ ਕਰੇ, ਜਿਹੜੀਆਂ ਅਸੀਂ ਤਾਂ ਉਹ ਕਹਿ ਸਕਦੇ ਹਾਂ ਜਿਹੜੀਆਂ ਜ਼ਿੰਦਗੀ 'ਚ ਗਲਤੀਆਂ ਸਾਡੇ ਕੋਲ ਹੋਈਆਂ, ਉਹ ਸਾਡੇ ਬੱਚੇ ਨਾ ਦੁਹਰਾਵਣ, ਉਹ ਸਾਡੇ ਬੱਚੇ ਨਾ ਦੁਹਰਾਵਣ। ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਸੀ ਨਾ, ਗਿਆਨੀ ਮਦਨ ਲਾਲ ਜੀ ਜਦੋਂ ਬਹਿੰਦੇ ਸਨ ਤੇ ਅਸੀਂ ਛੋਟੇ ਹੁੰਦੇ ਸਾਂ, 15 ਸਾਲ ਦੀ ਉਮਰ ਹੋਏਗੀ ਜਾਂ ਉਸ ਤੋਂ ਵੀ ਛੋਟੀ। ਕਿ ਸਾਹਿਬ ਮਹਾਰਾਜ ਉਹਨਾਂ ਦਾ ਪਿਆਰ ਤਾਂ ਬਚਪਨ ਤੋਂ ਸੀ ਗਿਆਨੀ ਮਦਨ ਲਾਲ ਜੀ ਨਾਲ। ਜਦੋਂ ਅਸੀਂ ਬ੍ਰਿਜ ਮਹੱਲੇ 'ਚ ਰਹਿੰਦੇ ਸਾਂ ਅਤੇ ਗਿਆਨੀ ਜੀ ਜਿਹੜੀ ਨਿੱਕੀ ਮਾਈ ਜਿਸ ਗਲੀ 'ਚ ਰਹਿੰਦੀ ਸੀ ਰੇਲਵੇ ਰੋਡ ਤੋਂ, ਉਸ ਗਲੀ ਦਾ ਸੱਜੇ ਹੱਥ 'ਤੇ, ਉੱਤੋਂ ਵੇਖੋ ਤਾਂ ਸੱਜੇ ਹੱਥ 'ਤੇ, ਅਤੇ ਗਲੀ 'ਚ ਵੜੋ ਖੱਬੇ ਹੱਥ 'ਤੇ ਕੋਨੇ ਵਾਲਾ ਮਕਾਨ ਸੀ। ਅਤੇ ਅਸੀਂ ਬਹੁਤ ਛੋਟੇ ਹੁੰਦੇ ਸਾਂ ਅਤੇ ਸਾਹਿਬ ਮਹਾਰਾਜ ਹੁਣੀ ਖਿੜਕੀ 'ਚ ਖਲੋਣਾ ਅਤੇ ਖਿੜਕੀ 'ਚੋਂ ਗੱਲਾਂ ਹੋਣੀਆਂ ਗਿਆਨੀ ਜੀ ਨਾਲ, ਸਵੇਰੇ ਸਵੇਰੇ ਗੱਲਾਂ ਹੋਣੀਆਂ ਗਿਆਨੀ ਜੀ ਨਾਲ। ਬਹੁਤ ਪਿਆਰ ਸੀ ਉਹਨਾਂ ਦਾ। ਨਹੀਂ ਤਾਂ ਘੁੰਮ ਕੇ ਜਾਓ ਤਾਂ ਅੱਧਾ ਕਿਲੋਮੀਟਰ ਜਾਣਾ ਪੈਂਦਾ ਸੀ, ਨਹੀਂ ਤਾਂ ਕਹਿੰਦੇ ਨੇ ਚੁਬਾਰੇ 'ਚ ਖਲੋ ਕੇ ਤੇ ਥੱਲੇ ਬਸ ਗੱਲ ਹੋ ਜਾਂਦੀ ਸੀ। ਅਤੇ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਬਰੁੱਗਬੰਡ ਦਾ ਉਹ ਰੇਹੜੀ ਖਿੱਚਦੇ ਸਾਰੀ ਅੱਖੀ, ਪੁਰਾਣੀ ਗੱਲ ਹੈ, ਇਤਨੀ ਪੁਰਾਣੀ ਗੱਲ ਹੈ।
ਤੇ ਇਹ ਅਸੀਂ ਉਹਨਾਂ ਨੂੰ ਨਹੀਂ ਸੁਣਦੇ ਸੀ, ਲੇਕਿਨ ਉਹਨਾਂ ਕੋਲ ਬੜਾ ਇਤਿਹਾਸ ਸੀ। ਲੇਕਿਨ ਜਦੋਂ ਸੁਣਨਾ ਸ਼ੁਰੂ ਕੀਤਾ, ਜਦੋਂ ਸਮਝ ਆਈ ਤੇ ਇੱਕ ਅੱਧ ਵਾਰ ਬਹਿਣ ਦਾ ਮੌਕਾ ਮਿਲਿਆ ਤੇ ਇਤਨੀਆਂ ਅੱਛੀਆਂ ਗੱਲਾਂ ਸਮਝ ਆਈਆਂ। ਫਿਰ ਚਿੱਤ ਕੀਤਾ ਇਹ ਆਵਣ ਤੇ ਬੈਠੀਏ ਕਿ ਸਾਹਿਬ ਮਹਾਰਾਜ ਉਹਨਾਂ ਦੇ ਬਾਰੇ ਜਿਤਨੇ ਅੱਛੇ ਅੱਛੇ ਵਚਨ ਕਰਦੇ ਨੇ, ਇਤਨੀਆਂ ਅੱਛੀਆਂ ਅੱਛੀਆਂ ਗੱਲਾਂ ਦੱਸਦੇ ਨੇ। ਇਤਨੇ ਗਿਆਨੀ, ਨਾ ਹੀ ਗਿਆਨੀ ਜੀ ਸੀ, ਗਿਆਨੀ ਜੀ ਮਦਨ ਲਾਲ ਜੀ ਕਹਿੰਦੇ ਸਨ ਤੇ ਗਿਆਨੀ ਜੀ ਕਹਿੰਦੇ ਸਨ। ਤੇ ਇਤਨੀਆਂ ਗੱਲਾਂ ਜਦੋਂ ਸਮਝ ਆਈਆਂ, ਉਨੀ ਕਹਿੰਦੇ ਸਨ, ਕਹਿੰਦੇ ਹਾਪੜ ਨੂੰ ਹਾਪੜ ਸਾਹਿਬ ਬਣਾਉਣ ਵਾਲਾ ਸਤਿਗੁਰ ਸੇਵਾ ਰਾਮ ਹੈ। ਕਹਿੰਦੇ ਇਹ ਤੇ ਸਟੋਰੀਆਂ ਦੀ ਨਗਰੀ ਸੀ, ਜੁਆਰੀਆਂ ਦੀ ਨਗਰੀ ਸੀ। ਇਹ ਮਦਨ ਲਾਲ ਜੀ ਕੋਲੋਂ ਸੁਣਿਆ। ਕਹਿੰਦੇ ਹਾਪੜ ਸ਼ਹਿਰ ਵਿੱਚ ਜੂਆ ਹੀ ਚੱਲਦਾ ਸੀ ਸਾਰੇ ਹਾਪੜ 'ਚ। ਸਟੋਰੀਏ ਬੈਠੇ ਸਨ, ਸੱਟਾ ਲੱਗਦਾ ਸੀ ਜ਼ਬਰਦਸਤ, ਹਰ ਚੀਜ਼ ਦਾ ਸੱਟਾ ਸੀ। ਅੱਜ ਬਰਸਾਤ ਹੋਏਗੀ ਨਹੀਂ ਹੋਏਗੀ, ਹੋਏਗੀ ਤਾਂ ਕਿਤਨੀ ਹੋਏਗੀ। ਮਤਲਬ ਕਿ ਸੁਣ ਕੇ ਹੈਰਾਨ ਹੁੰਦੇ ਸੀ ਕਿ ਨਾਲਾ ਪਰਨਾਲਾ ਪਤਾ ਨਹੀਂ ਕੀ ਕੁਝ ਭਾਸ਼ਾ ਉਹਨਾਂ ਦੀਆਂ ਆਪਣੀਆਂ ਸਨ, ਤਾਂ ਸਮਝ ਨਹੀਂ ਆਉਂਦੀ ਸੀ ਇਹ ਕਹਿ ਕੀ ਰਹੇ ਨੇ। क्यों तो नाली इतना होएगा, क्यों तो नाली जो टपक, इतनी बरसात होएगी कि नाली टपक पेगी। वो कहना नहीं परनाला वगेगा। हर गल की शर्त सी। जवारी सन ना, मौका ढूंढते सन तो इत्थे तक शर्त लाते सन। ज्ञानी मदन लाल जी की जबानी गुरपुरब होंदा सी साड़ा, कहते इनका गुरपुरब होता है तो बरसात जरूर आती है। उन्होंने दिनों की भी शर्त लगती सी। तुसी दसो, ये ज्ञानी जी को सुनिया कि इनका गुरपुरब होता है तो बरसात जरूर होती है। पैसा लग जाता सी, उन्हों की चांदी हो जाती सी। तो ज्ञानी मदन लाल जी को बैठे तो उन्होंने इतिहास दसिया कि कहते हापड़ नूं हापड़ साहिब बनाने वाले सतगुर सेवा राम जी, उन्होंने चरण पे आज शहर में वेखो ये चीज़ां है ही दूर दूर तक नहीं है। कितना शानदार जीवन सारिਆਂ ਦਾ ਚੱਲ ਰਿਹਾ। तो पहली बार ਜਦੋਂ ਉਹਨਾਂ ਦੇ ਮੁਖ ਤੋਂ सुनी सी ये भी उन्होंने एक कथा सुनाई कि श्रवण कुमार ਜਦੋਂ अपने माता पिता ਨੂੰ ਲੈ ਕੇ यात्रा ਤੇ निकलिया सी, ਕਹਿੰਦੇ यात्रा ਤੇ अपने हरिद्वार जाना सी। माता पिता ने कहा हरिद्वार, ਕਹਿੰਦਾ जी कंधे ते उन्हें बिठाया तो दो पासे की कहते उन्होंने बैगी होंदी सी। तो मतलब अगे पिछे जी पुराना किसी ने ध्यान होए सब्जी वाले वेखते स, एक पासे सब्जियां भी रख के बेचते सन और कुछ। उस बैंगी च अपने माँ प्यो को दो पासे रख के बिठाया तो यात्रा करता हुआ हापड़ तक पहुँच गया। कहते हापड़ की धरती के उत्ते पहुँचा तो पता नहीं, कहते दिमाग खराब हो गया वह, चुक के थले सुट दी। चुक के थले सुट दी। कहने लगा मेरे वास दी नहीं है, तुसी जा सकते हो तो खुद कर लो, मैं नहीं जाता। उन्होंने कहा बच्चे चल थोड़ा जहा अगे चल, फिर विचार करने। नहीं जा सकता, थोड़ा जहा तो अगे चल। कहते हापड़ की सीमा पार की तो उन्होंने समझ आया मेरे दिमाग में की हो गया सी कि कहते इत्थे आया तो उस धरती के इतने मतलब भाग से कि बंदे की सोच ही खराब हो जाती सी। ते असी हुण अज की डेट असी तरसने कि हापड़ साहब दर्शन कदों होणगे, सतगुरां दे दर्शन कदों करांगे। अज कितनी फरियाद कितने मन च हुंदियां ने, कितनियां तकलीफ़ां, कितनियां अरदासां, कितने दुख। सारे एक पल च अंदर कदम रखदियां ही जदों दर्शन होंदे ने तो आदमी हल्का हो जाता है। तो सिर झुकांदियां ही सारे थले खत्म। तो आदमी निकलता है जदों तो यह सोच के चलता है कि मेरी गल सुनी गई, मैं सारा सब कुछ इत्थे छोड़ के जा रहा। तो मैनू पता है इतना भरोसा है कर जावांगा तो मेरे कारज सिद्ध हो जाएंगे, पूरे होए होणगे। तो ये चीज़ां ये सतगुरां ने साडे ते डेरा साहब
ਸਭ ਤੋਂ ਵੱਡੀ ਦੇਣ ਸੱਚੇ ਪਾਤਸ਼ਾਹ ਦੀ। ਉਹ ਕਵੀ ਜਾਂਦੀਆਂ ਨੇ ਨਾ ਤੂੰ ਫੜਦਾ ਸਾਡੀ ਬਾਂਹ ਅਸੀਂ ਰੁੱਲ ਜਾਣਾ ਸੀ, ਨਾ ਦਿੰਦਾ ਸਾਨੂੰ ਛਾਂ ਅਸਾਂ ਰੁੱਲ ਜਾਣਾ ਸੀ। ਬਾਂਹ ਵੀ ਫੜੀ, ਛਾਂ ਵੀ ਦਿੱਤੀ, ਬਹਿਣ ਦੀ ਜਗ੍ਹਾ ਵੀ ਦਿੱਤੀ, ਅਤੇ ਸਾਰਿਆਂ ਨੂੰ ਦੇਖੋ ਅੱਜ ਕਿਸ ਤਰ੍ਹਾਂ ਅਸੀਂ ਬੈਠੇ ਹੋਏ ਹਾਂ, ਅਤੇ ਸਾਰੇ ਮੌਜਾਂ ਮਾਣ ਰਹੇ ਹਨ। ਨਾਲ ਅਕਾਲ ਤਖਤ ਸਾਹਿਬ ਦੇ ਦਰਸ਼ਨ, ਅਤੇ ਇਹ ਚੀਜ਼ਾਂ ਜਿਹੜੀਆਂ ਨੇ, ਜਿਹੜਾ ਵੀ ਇੱਥੇ ਰੋਂਦਾ ਆਇਆ ਕਹਿੰਦੇ ਹੱਸਦਾ ਗਿਆ। ਵਿਸਾਖੀ ਆਪਨੇ ਕਈ ਵਾਰ ਸੁਣੀ। ਦੋ ਭਰਾ ਜਿਹੜੇ ਜਿਨ੍ਹਾਂ ਦੀ ਪੰਚਕੂਈਆਂ ਰੋਡ 'ਤੇ ਦੁਕਾਨ ਸੀ, ਨਾ ਪ੍ਰਕਾਸ਼ ਲਾਲ, ਸਤਿਗੁਰਾਂ ਨੇ ਕਿਰਪਾ ਕੀਤੀ। ਪਤਾ ਚੱਲਿਆ ਐਮਰਜੈਂਸੀ ਦੇ ਜਦੋਂ ਦਿਨ ਸੀ, ਤੇ ਪਤਾ ਚੱਲਿਆ ਕਿ ਇਹ ਜਿਹੜੀ ਉਹਨਾਂ ਦਾ ਫੈਂਸੀ ਲਾਈਟ ਦਾ ਕੰਮ ਸੀ। ਤੁਸੀਂ ਅੱਜ ਵੀ ਵੇਖੋ ਫੈਂਸੀ ਲਾਈਟਾਂ ਪੰਚਕੂਈਆਂ ਰੋਡ 'ਤੇ ਦੁਕਾਨਾਂ ਨੇ, ਅਤੇ ਉਹਨਾਂ ਨੇ ਕਿਹਾ ਦੁਕਾਨਾਂ ਬੁਲਡੋਜ਼ਰ ਚੱਲਣਾ ਅਤੇ ਰੁੱਲ ਜਾਣੀਆਂ ਨੇ। ਅਤੇ ਦੋਨੋਂ ਭਰਾ ਘਰੋਂ ਟੁਰ ਪਏ, ਕਹਿੰਦੇ ਕਿੱਥੇ ਜਾਈਏ, ਦੁਬਾਰਾ ਉਜੜ ਗਏ। 47 ਉਜੜੇ ਸਾਂ, ਸਭ ਕੁਝ ਚਲਾ ਗਿਆ ਸੀ। ਕਹਿੰਦੇ ਚਲੋ ਘਰੋਂ ਜਾਂਦੇ ਹਾਂ, ਪਰਿਵਾਰ ਨੂੰ ਵੀ ਛੋੜ ਕੇ, ਇਹ ਸੋਚ ਕੇ ਕਿ ਪਰਿਵਾਰ ਨੂੰ ਵੀ ਛੋੜ ਦਿੰਦੇ ਹਾਂ, ਜਾਂਦੇ ਹਾਂ, ਕੁਝ ਕਰਨੇ ਹਾਂ, ਦੇਖਦੇ ਹਾਂ ਗੁਰੂ ਮਹਾਰਾਜ ਨੂੰ ਕੀ ਕਹਿੰਦਾ ਕਿੱਥੇ ਜਾਣਾ। ਕਹਿੰਦੇ ਬੱਸ ਅੱਡੇ 'ਤੇ ਚੱਲ, ਦੇਖਦੇ ਹਾਂ ਕਿੱਥੇ ਗੁਰੂ ਮਹਾਰਾਜ ਲੈ ਕੇ ਜਾਂਦਾ, ਜਿੱਥੇ ਲੈ ਜਾਏਗਾ ਉੱਥੇ ਟੁਰ ਜਾਵਾਂਗੇ। ਦੁਕਾਨ ਛੋੜ ਦਿੱਤੀ ਭਰੀ ਹੋਈ। ਅੱਗੇ ਗਏ ਅਤੇ ਆਵਾਜ਼ਾਂ ਲੱਗ ਰਹੀਆਂ ਨੇ, ਹਾਪੜ ਹਾਪੜ ਹਾਪੜ, ਸ਼ੋਰ ਪਾਇਆ ਹੋਇਆ ਕੰਡਕਟਰਾਂ ਨੇ, ਅਤੇ ਕਹਿੰਦੇ ਨੇ ਹਾਪੜ ਹਾਪੜ ਦੀ ਆਵਾਜ਼ ਲੱਗ ਰਹੀ ਹੈ, ਚੱਲ ਫਿਰ ਇਸੀ ਬੱਸ 'ਚ ਪੈ ਜਾ, ਇਹ ਸਾਡੇ ਵਾਸਤੇ ਹੀ ਲੱਗ ਰਹੀ ਹੈ। ਦੋਨੋਂ ਭਰਾ ਹਾਪੜ ਦੇ ਨਾਂ ਤੋਂ ਆ ਗਏ ਹਾਪੜ ਵਿੱਚ। ਇੱਥੇ ਬਹਿ ਗਏ ਗੁਰੂ ਚਰਨਾਂ ਅੰਦਰ, ਸੱਚੇ ਪਾਤਸ਼ਾਹ ਦੇ ਚਰਨਾਂ ਜੋ ਬੇਨਤੀਆਂ ਸਨ ਕੀਤੀਆਂ, ਬੇਫਿਕਰੀਆਂ ਲਿੱਤੀਆਂ। ਇੱਧਰੋਂ ਅਰਦਾਸ ਕਰਾਈ ਵੱਡੇ ਬਤਰਾ ਜੀ ਕੋਲੋਂ ਕਿ ਕਿਰਪਾ ਕਰਨ ਗੁਰੂ ਮਹਾਰਾਜ, ਘਰ ਜਾਈਏ ਅਤੇ ਖੁਸ਼ੀਆਂ ਲੈ ਕੇ। ਅਤੇ ਪਤਾ ਚੱਲਿਆ ਕਿ ਜਿੱਥੇ ਤੱਕ ਦੁਕਾਨਾਂ ਪਹਿਲੇ ਦਿਨ ਟੁੱਟੀਆਂ ਸਨ, ਉਸ ਤੋਂ ਬਾਅਦ ਬੁਲਡੋਜ਼ਰ ਹੀ ਨਹੀਂ ਚੱਲਿਆ। ਅਤੇ ਨਾਲ ਫਿਰ ਇੱਥੇ ਤੱਕ ਬਖਸ਼ਿਸ਼ ਨਹੀਂ ਕੀਤੀ ਸੱਚੇ ਪਾਤਸ਼ਾਹ ਨੇ। ਜਿਤਨੇ ਪੰਚਕੂਈਆਂ ਰੋਡ 'ਤੇ ਦੁਕਾਨਾਂ ਸਨ, ਸਭ ਨੂੰ ਇੱਕ ਇੱਕ ਦੁਕਾਨ ਪਾਲਿਕਾ ਮਾਰਕੀਟ ਹੀ ਦੇ ਦਿੱਤੀ। ਪਾਲਿਕਾ ਬਾਜ਼ਾਰ ਜਿਹੜਾ ਆਪ ਜਾਣਦੇ ਹੋ, ਇੱਕ ਇੱਕ ਦੁਕਾਨ ਪਾਲਿਕਾ ਬਾਜ਼ਾਰ ਵਿੱਚ ਮਿਲੀ, ਅਤੇ ਦੁਕਾਨ ਉਹ ਵੀ ਰਹਿ ਗਈ। ਅਤੇ ਦੋਨੋਂ ਜਗ੍ਹਾ 'ਤੇ ਕੰਮ ਚੱਲਦੇ ਰਹੇ। ਜਿੱਥੇ ਇੱਕ ਦੀ ਉਮੀਦ ਨਹੀਂ ਸੀ, ਉੱਥੇ ਦੋ ਹੋ ਗਈਆਂ। ਗੁਰੂ ਦੀ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ। ਅਤੇ ਕਹਿੰਦੇ ਨਾ ਕਿ ਇੱਥੇ ਤਾਂ ਉਹ ਦਰਬਾਰ ਹੈ ਸਤਿਗੁਰਾਂ ਦਾ ਕਿ ਰੋਂਦਾ ਆਵੇ ਅਤੇ ਹੱਸਦਾ ਜਾਵੇ। ਉਹ ਬੱਚੇ ਨੇ ਕਿਹਾ ਨਾ, ਬਸ ਕਿੰਤੂ ਪਰੰਤੂ ਮਨ 'ਚ ਨਾ ਰੱਖਣਾ, ਹੋਏਗਾ ਜਾਂ ਨਹੀਂ ਹੋਏਗਾ ਵਾਲੀ ਗੱਲ ਅਗਰ ਮਨ 'ਚ ਲੈ ਕੇ ਗਏ ਤਾਂ ਫਿਰ ਸਮਝ ਲੈਣਾ ਕੰਮ ਨਹੀਂ ਬਣਿਆ। ਭਰੋਸਾ, ਸਤਿਗੁਰੂ ਜੀ ਆਪ ਵੀ ਇਹੀ ਸਮਝਾਉਂਦੇ ਸਨ, ਬੱਚਿਓ ਸਭ ਤੋਂ ਵੱਡਾ ਭਰੋਸਾ ਹੈ। ਨਾਮ ਜਪਣਾ ਵੀ ਇਤਨਾ ਵੱਡਾ ਨਹੀਂ, ਅਤੇ ਬਾਣੀ ਵੀ ਮਤਲਬ ਉਹ ਇਹ ਨਹੀਂ ਕਹਿੰਦੇ, ਬਾਣੀ ਕਹਿੰਦੇ ਨੇ ਇਹ ਭਰੋਸਾ ਰੱਖੋ ਇਹਨਾਂ ਸਾਰੀਆਂ ਚੀਜ਼ਾਂ 'ਤੇ। ਨਾਮ ਜਪਤੇ ਹੋ ਉਸ 'ਤੇ ਵੀ ਭਰੋਸਾ, ਅਤੇ ਬਾਣੀ ਹੈ ਉਸ 'ਤੇ ਵੀ ਭਰੋਸਾ। ਹਰ ਚੀਜ਼ 'ਤੇ ਸੱਚੇ ਪਾਤਸ਼ਾਹ ਨੇ ਕਿਹਾ ਭਰੋਸਾ ਰੱਖੋ। ਭਰੋਸੇ ਦਾ ਮਤਲਬ ਕਿ 100% ਕਿ ਸਾਨੂੰ ਗੁਰੂ ਮਹਾਰਾਜ ਦਾ ਸਹਾਰਾ ਮਿਲੇਗਾ। ਅਤੇ ਜਿਨ੍ਹਾਂ ਨੇ ਫਿਰ ਕਹਿੰਦੇ ਨਾ, ਇਹ ਬਾਹਰ ਪਹਿਲੇ ਇਹੀ ਗੱਲ ਹੁੰਦੀ ਸੀ, ਕਦੇ ਵੀ ਸੁਣੀ ਹੋਏਗੀ, ਕਹਿੰਦੇ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ। ਕੀਰਤਨ ਹੁੰਦਾ ਸੀ ਨਾ, ਅਤੇ ਉਹਦੇ ਵਿੱਚ ਇਹ ਗੱਲ ਇੱਕ ਜ਼ਰੂਰ ਕਰਦੇ ਸਨ ਕਿ ਭਾਵੇਂ ਮਾਈਆਂ ਕਰਨ ਭਾਈ ਕਰਨ, ਇੱਕ ਲਫ਼ਜ਼ ਜ਼ਰੂਰ ਕਹਿੰਦੇ ਸਨ ਕਿ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ। ਇਸ ਗੱਲ ਨੂੰ ਅੱਜ ਸਮਝ ਲੈਣਾ ਇੱਕ ਛੋਟੀ ਜਿਹੀ ਗੱਲ ਹੈ, ਮੁੱਤਾਂ ਤੋਂ ਚਲੀ ਆ ਰਹੀ ਹੈ, ਲੇਕਿਨ ਉਹ ਹੀ ਕਹਿੰਦੇ ਨਾ ਕਿ ਸਾਡੇ ਕੋਲ ਟਿਕਾ ਨਹੀਂ ਆਇਆ। ਅਸੀਂ ਸਤਿਗੁਰਾਂ ਦੇ ਸ਼ਰਨ ਵਿੱਚ ਆਏ ਹਾਂ,
ਸਤਿਗੁਰਾਂ ਦੇ ਬਣੇ ਆ ਤੇ ਪਹਿਲੇ ਸਤਿਗੁਰਾਂ ਕੋਲੋਂ ਕਹੀਏ ਸੱਚੇ ਪਾਤਸ਼ਾਹ ਸਾਡੇ ਥੱਲੇ ਪੈਂਦਾ ਲਾ ਦੇ। ਪੈਂਦਾ ਦਾ ਮਤਲਬ ਸਮਝਦੇ ਹੋ ਕਿ ਥੱਲੇ ਇੱਕ ਓਟ ਦੇ ਦੇ। ਗੜਵਾ ਕਦੇ ਚੁੱਕੋ ਤੇ ਇਤਨੀ ਜੀ ਕਿਨਾਰੀ ਬਣੀ ਹੁੰਦੀ ਹੈ, ਗੜਵਾ ਉਸ 'ਤੇ ਟਿਕਿਆ ਹੁੰਦਾ ਕਿ ਗੜਵਾ ਇੰਝ ਲੋਟੇ ਨਾ, ਪਾਣੀ ਵੀਟੇ ਨਾ। ਮਾਈਆਂ ਘੜਾ ਰੱਖਦੀਆਂ ਨੇ, ਥੱਲੇ ਉਹ ਗੋਲ ਰੱਖ ਛੱਡਦੀਆਂ ਸਨ ਨਾ ਕੋਈ ਗੋਲ ਚੀਜ਼ ਕਿ ਮਟਕਾ ਟਿਕਿਆ ਰਵੇ। ਪਤੀਲਾ ਹਿਲਦਾ ਸੀ ਤੇ ਉਹਦੇ ਥੱਲੇ ਵੀ ਰਿੰਗ ਬਣਾ ਕੇ ਰੱਖਦੇ ਸਨ। ਉਹ ਪੈਂਦਾ ਉਹਨੂੰ ਕਹਿੰਦੇ ਨੇ ਕਿ ਉਹ ਟਿਕਾ ਦਿੰਦਾ। ਗੁਰੂ ਮਹਾਰਾਜ ਕੋਲੋਂ ਅੱਜ ਟਿਕਾਓ ਲੈ ਕੇ ਜਾਣਾ, ਪੈਂਦਾ ਲੈ ਕੇ ਜਾਣਾ ਕਿ ਸੱਚੇ ਪਾਤਸ਼ਾਹ ਥੱਲੇ ਸਾਡੇ ਪੈਂਦਾ ਲਾ ਦੇ। ਜੇ ਅਸੀਂ ਸਟੇਬਲ ਹੋ ਜਾਈਏ, ਬਸ ਇੰਝ ਸਟੇਬਲ ਹੋ ਜਾਈਏ ਕਿ ਹਿਲੀਏ ਡੁਲੀਏ ਨਹੀਂ, ਤੇ ਕਹਿੰਦੇ ਨਾ ਬਿਲਕੁਲ ਜਦੋਂ ਇੱਕ ਚੀਜ਼ ਹਿਲੇਗੀ ਡੁਲੇਗੀ ਨਹੀਂ ਤੇ ਸ਼ਾਂਤ ਹੋ ਗਈ ਤੇ ਫਿਰ ਕਿੰਤੂ ਪਰੰਤੂ ਦਾ ਸਵਾਲ ਹੀ ਨਹੀਂ ਰਹਿੰਦਾ। ਉਹਨੂੰ ਠੋਕਰ ਲੱਗ ਵੀ ਜਾਏਗੀ ਨਾ ਹਲਕੀ ਜੀ ਤੇ ਉਹ ਨਹੀਂ ਬੀਟੇਗਾ, ਲੇਕਿਨ ਬਿਨ ਪੈਂਦੇ ਦਾ ਹੋਏਗਾ ਹਲਕਾ ਜਿਹਾ ਵੀ ਲੱਗਿਆ ਤੇ ਸਮਝੋ ਹੋ ਗਿਆ, ਖਾਲੀ ਹੋ ਗਿਆ। ਸਿੱਧਾ ਹੋਏਗਾ, ਪੁੱਠਾ ਹੋਏਗਾ, ਅੱਧਾ ਹੋਏਗਾ, ਪਤਾ ਨਹੀਂ ਕਿਤਨੀ ਜ਼ੋਰ ਦੀ ਠੋਕਰ ਲੱਗੀ। ਇੰਝ ਹੋਇਆ ਘੱਟ ਨਿਕਲਿਆ, ਉਂਝ ਹੋਇਆ ਵੱਧ ਨਿਕਲਿਆ, ਜਾਂ ਜ਼ੋਰਦਾਰ ਲੱਗਿਆ ਸਾਰਾ ਮੂਦਾ ਹੋ ਗਿਆ, ਸਾਰਾ ਖਤਮ ਹੋ ਗਿਆ। ਲੇਕਿਨ ਪੈਂਦਾ ਹੋਏਗਾ ਤੇ ਨਾ ਹਿਲੇਗਾ ਨਾ ਡੁਲੇਗਾ। ਤੇ ਉਹ ਸਥਿਰਤਾ ਅਸੀਂ ਗੁਰੂ ਮਹਾਰਾਜ ਕੋਲੋਂ ਇੱਥੇ ਆਏ ਹਾਂ, ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ, ਸਾਡੇ ਸਥਿਰਤਾ ਆਵੇ। ਪੈਂਦਾ ਲਵਾਉਣਾ ਹੈ, ਬਖਸ਼ਿਸ਼ਾਂ ਲੈਣ ਆਏ ਹਾਂ। ਸਾਖੀਆਂ ਆਪਨੇ ਬਹੁਤ ਸੁਣੀਆਂ, ਸਾਖੀਆਂ ਦੇ ਮਤਲਬ ਅਸੀਂ ਸਮਝੀਏ, ਲੇਕਿਨ ਨਿਚੋੜ ਇਹੀ ਹੈ ਕਿ ਗੁਰੂ ਕੋਲੋਂ ਬਖਸ਼ਿਸ਼ਾਂ ਮੰਗਨੇ ਆ, ਗੁਰੂ ਕੋਲੋਂ ਨਾਮ ਵੀ ਪਾਇਆ, ਨਾਮ ਧਿਆਇਆ ਵੀ ਹੈ। ਗੁਰੂ ਨੂੰ ਵੀ ਮੰਗ ਲਿੱਤਾ, ਅਵਨਾਸ਼ੀ ਪਾਇਆ, ਨਾਮ ਧਿਆਇਆ, ਸਗਲ ਮਨੋਰਥ ਪਾਏ, ਤੇ ਸਭ ਕੁਝ ਪਾ ਰਹੇ ਹਾਂ। ਤੇ ਫਿਰ ਉਸ ਤੋਂ ਬਾਅਦ ਵੀ ਅਸੀਂ ਡੋਲ ਰਹੇ ਹਾਂ ਤੇ ਫਿਰ ਤਾਂ ਕੋਈ ਮਤਲਬ ਨਾ ਹੋਇਆ ਨਾ। ਫਿਰ ਤੇ ਅਸੀਂ ਸਵਾਰਥੀ ਹੋ ਗਏ, ਸੈਲਫਿਸ਼ ਹੋ ਗਏ। ਮਾਲਕ ਵੀ ਸਾਨੂੰ ਮਿਲਿਆ ਹੋਇਆ ਹੈ, ਨਾਮ ਵੀ ਸਾਨੂੰ ਮਿਲਿਆ ਹੋਇਆ ਹੈ, ਇੱਛਾਵਾਂ ਵੀ ਸਾਡੀਆਂ ਪੂਰੀਆਂ ਹੋ ਰਹੀਆਂ ਨੇ, ਫਿਰ ਵੀ ਕਿੰਤੂ ਪਰੰਤੂ ਕਰਨੇ ਆ ਤੇ ਫਿਰ ਸਾਡੇ 'ਚ ਖੋਟ ਹੈ। ਬਖਸ਼ਿਸ਼ਾਂ ਲਈਏ ਸੱਚੇ ਪਾਤਸ਼ਾਹ ਕੋਲੋਂ। ਸੱਚੇ ਪਾਤਸ਼ਾਹ ਜੀ ਅੱਜ ਬਸ ਇਹੀ ਬਤਰਾ ਜੀ ਨੂੰ ਕਹਾਂਗੇ, ਅਰਦਾਸ ਕਰੋ ਕਿ ਪੈਂਦਾ ਲਾ ਦਿਓ। ਬਸ ਇੱਕ ਪੈਂਦਾ ਲੱਗ ਜਾਏ, ਜੇ ਟਿਕ ਜਾਏ ਤੇ ਟਿਕ ਗਏ ਤੇ ਮੈਂ ਸਮਝਦਾ ਕਿ ਫਿਰ ਜੀਵਨ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਰਹਿਣੀ। ਫਿਰ ਬਾਹਰ ਹੀ ਬਾਹਰ ਹੈ। ਇਹ ਬਖਸ਼ਿਸ਼ ਮੰਗਣੀ, ਇਤਨੀ ਇੱਕ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ क्षमा। ਦਾਸ ਕਿਉਂਕਿ ਬੋਲ ਜ਼ਿਆਦਾ ਜਾਂਦਾ, ਵਾਦੀ ਘਾਟੀ ਹੋ ਗਈ ਹੋਵੇ, ਕਿਸੇ ਨੂੰ ਨਾ ਚੰਗੀ ਹੋਵੇ, ਦਾਸ क्षमा ਦਾ ਯਾਚਕ ਹੈ। ਤੇ 14 ਤਰੀਕ ਦੇ ਜਿਹੜੇ ਪ੍ਰੋਗਰਾਮ ਦੱਸੇ ਬਤਰਾ ਜੀ ਨੇ, ਉਹ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋਣਗੇ। ਵਿਚਕਾਰ ਇੱਕ ਅੱਧੇ ਘੰਟੇ ਦੀ ਕਿਤੇ ਬ੍ਰੇਕ ਲੱਗੀ ਤੇ ਲੱਗੀ, ਲਗਭਗ 12 ਵਜੇ ਤੱਕ ਪ੍ਰੋਗਰਾਮ ਚੱਲੇਗਾ। ਰਾਗੀ ਵੀ ਆਉਣਗੇ ਸਾਰੇ, ਰਾਜੂ ਜੀ ਵੀ ਹੋਣਗੇ, ਬਤਰਾ ਜੀ ਵੀ ਹੋਣਗੇ, ਇੱਕ ਜੱਥਾ ਵੀ ਆ ਰਿਹਾ ਹੈ, ਹੋਰ ਵੀ ਸੰਗਤ ਹੋਏਗੀ। ਤੇ 12 ਵਜੇ 12 ਵਜੇ ਤੱਕ ਪ੍ਰੋਗਰਾਮ ਹੈ। TV 'ਤੇ ਵੀ ਸਾਰਾ ਇਹ ਆਨਲਾਈਨ ਆਏਗਾ, ਕਿਉਂਕਿ ਹਲੇ ਸਖਤੀਆਂ ਨਾਲ ਰੋਜ਼। ਕੱਲ੍ਹ ਰਾਤੀ ਵੀ TV ਵੇਖ ਰਹੇ ਸਾਂ ਤੇ ਉਹ ਵੀ ਬਾਰ-ਬਾਰ ਡਰਾ ਰਿਹਾ ਸੀ। ਕਾਫੀ ਜਗ੍ਹਾ 'ਤੇ ਫਿਰ ਪਰੇਸ਼ਾਨੀਆਂ ਸ਼ੁਰੂ ਹੋ ਰਹੀਆਂ। ਤੇ ਗੁਰੂ ਮਹਾਰਾਜ ਕੋਲੋਂ ਸੁੱਖ ਮੰਗਣਾ ਹੈ ਕਿ ਸਾਰੀ ਸ੍ਰਿਸ਼ਟੀ 'ਤੇ ਸੁੱਖ ਹੋਵੇ। ਪ੍ਰੋਗਰਾਮ ਠੀਕ ਹੈ ਹੋ ਗਏ ਨੇ, ਲੇਕਿਨ ਸੁੱਖ ਸਰਬੱਤ ਦਾ ਭਲਾ, ਜੋ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ, ਉਸ ਰਸਤੇ 'ਤੇ ਅਸੀਂ ਚੱਲਣਾ ਕਿ ਸਾਰੀ ਸ੍ਰਿਸ਼ਟੀ ਸੁੱਖ ਹੋਵੇ। ਇਹ ਨਹੀਂ ਕਿ ਇੰਡੀਆ 'ਚ ਹੀ ਸੁੱਖ ਹੋਵੇ, ਬਾਹਰ ਵੀ ਤਾਂ ਸਾਡੀ ਸੰਗਤ ਰਹਿੰਦੀ ਹੈ। ਆਪਣੀ ਸੰਗਤ ਵਾਸਤੇ ਨਹੀਂ, ਜਿਹੜੇ ਬਾਹਰ ਹੋਰ ਰਹਿੰਦੇ ਨੇ ਕਿ ਉਹਨੇ ਠੀਕ ਰਹਿਣਗੇ ਤੇ ਸਾਡੇ ਗੁਰੂ ਭਾਈ ਠੀਕ ਰਹਿਣਗੇ ਨਾ। ਜਿੱਥੇ ਹੈਗੇ ਨੇ ਉੱਥੇ ਵੀ, ਜਿੱਥੇ ਨਹੀਂ ਹਨ ਉੱਥੇ ਵੀ
ਸਾਰੀ ਸ੍ਰਿਸ਼ਟੀ 'ਚ ਗੁਰੂ ਸੁਖ ਪਾਵੇ ਤੇ ਇਹਨਾਂ ਤਕਲੀਫਾਂ ਤੋਂ ਬਚਾਵੇ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨਾ। ਤੇ 14 ਤਰੀਕ ਦਾ ਪ੍ਰੋਗਰਾਮ ਦਿਨ ਦੇ ਲਗਭਗ 12 ਵਜੇ ਤੱਕ, ਹੋਰ ਅੱਧਾ ਘੰਟਾ ਉੱਤੇ ਥੱਲੇ ਸੰਗਤ ਦਾ ਜੋ ਪਿਆਰ ਉਸ ਟਾਈਮ ਹਾਜ਼ਰ ਹੋਏਗਾ ਤੇ ਫਿਰ ਉਸ ਵੇਖਿਆ ਜਾਏਗਾ। ਗੁਰੂ ਕਿਰਪਾ ਕਰੇ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰੋ। ਧੰਨ ਧੰਨ ਸਤਿਗੁਰੂ ਭਗਵਾਨ ਦਾ ਸਾਹਿਬ। ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ। ਧੰਨ ਧੰਨ ਸਾਹਿਬ ਸੰਤ ਮਾਤਾ ਜੀ, ਕੋਟ ਕੋਟ ਨਮਸਕਾਰ।